ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸਾਡਾ ਸੱਚਾ ਮਿੱਤਰ ਜ਼ਰੂਰ ਹੁੰਦਾ ਹੈ। ਬੱਚਿਓ, ਮਿੱਤਰ ਤਾਂ ਬਹੁਤ ਸਾਰੇ ਹੁੰਦੇ ਹਨ, ਪਰ ਸੱਚੇ ਮਿੱਤਰ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਸੱਚਾ ਮਿੱਤਰ ਉਹ ਮਿੱਤਰ ਹੈ ਜਿਹੜਾ ਤੁਹਾਡੀ ਹਰ ਥਾਂ 'ਤੇ ਰਾਖੀ ਕਰਦਾ ਹੈ ਅਤੇ ਤੁਹਾਡੀ ਹਰ ਮੁਸ਼ਕਿਲ ਵਿੱਚ ਸਾਥ ਨਿਭਾਉਂਦਾ ਹੈ। ਅੱਜ ਅਸੀਂ ਇਸ ਨਾਲ ਸੰਬੰਧਿਤ ਹੀ ਅਸੀਂ ਇੱਕ ਪਾਠ ਜੋ ਕਿ ਇੱਕ ਕਵਿਤਾ ਹੈ, ਸੱਤ ਮਿੱਤਰਤਾ ਪੜ੍ਹਨ ਜਾ ਰਹੇ ਹਾਂ। ਬੱਚੋ, ਮਿੱਤਰਤਾ ਦੇ ਵਿੱਚ ਕਵੀ ਨੇ ਸੱਚੇ ਮਿੱਤਰ ਦੇ ਗੁਣਾਂ ਦਾ ਬਿਆਨ ਕੀਤਾ ਹੈ। ਆਓ ਇਸ ਕਵਿਤਾ ਨੂੰ ਪੜ੍ਹੀਏ ਅਤੇ ਇਸ ਕਵਿਤਾ ਵਿੱਚ ਸੱਚੇ ਮਿੱਤਰ ਦੇ ਦਿੱਤੇ ਹੋਏ ਗੁਣਾਂ ਨੂੰ ਜਾਣੀਏ। ਕਰਦੇ ਪਲਕ ਰਾਖੀ ਜਿਕਨ ਨੇਤਰਾਂ ਦੀ, ਐਵੇਂ ਮਿੱਤਰਾਂ ਦੀ ਰਾਖੀ ਕਰਨ ਮਿੱਤਰ। ਮਿੱਤਰ ਹੱਥ ਹੁੰਦੇ ਸੱਚੇ ਮਿੱਤਰਾਂ ਦੇ, ਅਤੇ ਮਿੱਤਰਾਂ ਤੋਂ ਪਹਿਲਾਂ ਮਰਨ ਮਿੱਤਰ। ਤਾਂ ਇਸ ਤਰ੍ਹਾਂ ਕਵੀ ਕਹਿੰਦਾ ਹੈ, ਪਲਕ ਦਾ ਮਤਲਬ ਹੁੰਦਾ ਬੱਚੋ ਜਿਸ ਤਰ੍ਹਾਂ ਜਿਹੜੀ ਸਾਡੀਆਂ ਅੱਖਾਂ ਦੀਆਂ ਪਲਕਾਂ ਹਨ, ਉਹ ਅੱਖਾਂ ਦੀ ਰਾਖੀ ਕਰਦੀਆਂ ਹਨ, ਕਿਸੇ ਵੀ ਤਰ੍ਹਾਂ ਦੇ ਮਿੱਟੀ ਧੁੰਦ ਆਦਿ ਤੋਂ ਬਚਾਉਂਦੀਆਂ ਹਨ। ਬਿਲਕੁਲ ਇਸੇ ਤਰ੍ਹਾਂ ਹੀ ਜਿਹੜੇ ਸੱਚੇ ਮਿੱਤਰ ਹਨ, ਉਹ ਆਪਣੇ ਮਿੱਤਰਾਂ ਦੀ ਹਰ ਥਾਂ 'ਤੇ ਰਾਖੀ ਕਰਦੇ ਹਨ, ਰਖਵਾਲੀ ਕਰਦੇ ਹਨ, ਉਹਨਾਂ ਦਾ ਸਾਥ ਨਿਭਾਉਂਦੇ ਹਨ। ਮਿੱਤਰ ਜਦੋਂ ਹੁੰਦੇ ਸੱਚ ਮਿੱਤਰਾਂ ਦੇ, ਅਤੇ ਮਿੱਤਰਾਂ ਤੋਂ ਪਹਿਲਾਂ ਮਰਨ ਮਿੱਤਰ। ਤਾਂ ਮਿੱਤਰ ਜਿਹੜੇ ਹਨ ਆਪਣੇ ਮਿੱਤਰਾਂ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉਹ ਇੱਥੋਂ ਤੱਕ ਕਿ ਮਰਨ ਲਈ ਵੀ ਤਿਆਰ ਹੋ ਜਾਂਦੇ ਹਨ। ਅੱਗੇ ਕਵੀ ਕਹਿੰਦਾ ਹੈ, ਮੱਛੀ ਤੜਫਤੀ ਨੂੰ ਜਿਕਨ ਮਿਲੇ ਪਾਣੀ, ਐਵੇਂ ਮਿੱਤਰਾਂ ਦੇ ਮਿਲੇ ਤੋਂ ਠਰਨ ਮਿੱਤਰ। ਬ੍ਰਹਮ ਦੇਵ ਜੋ ਕੋਈ ਨਹੀਂ ਜਰ ਸਕਦਾ, ਉਹ ਕੁਝ ਮਿੱਤਰਾਂ ਦੀ ਖਾਤਰ ਜਰਨ ਮਿੱਤਰ। ਤਾਂ ਅੱਗੇ ਕਵੀ ਜਿਹੜਾ ਬ੍ਰਹਮਦੇਵ ਹੈ, ਉਹ ਅੱਗੇ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਮੱਛੀ ਜਿਹੜੀ ਹੈ, ਜਦੋਂ ਉਸਨੂੰ ਪਾਣੀ ਨਹੀਂ ਮਿਲਦਾ ਤਾਂ ਉਹ ਤੜਫਦੀ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਹੜੇ ਮਿੱਤਰਾਂ ਦੇ ਮਿਲਣ 'ਤੇ ਜਿਹੜੇ ਮਿੱਤਰ ਹੁੰਦੇ ਹਨ, ਉਹ ਠਰ ਜਾਂਦੇ ਹਨ, ਯਾਨੀ ਕਿ ਉਹਨਾਂ ਦੇ ਸੀਨੇ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਜਦੋਂ ਉਹਨਾਂ ਨੂੰ ਆਪਣੇ ਮਿੱਤਰ ਮਿਲਦੇ ਹਨ। ਬ੍ਰਹਮਦੇਵ ਇਸ ਕਵਿਤਾ ਦੇ ਕਵੀ ਦਾ ਨਾਂ ਹੈ। ਉਹ ਕਹਿ ਰਿਹਾ ਹੈ ਕਿ ਉਹ ਜੋ ਵਿਅਕਤੀ ਕੁਝ ਨਹੀਂ ਸਹਿਣ ਕਰ ਸਕਦਾ, ਉਹ ਅਜਿਹੇ ਜਿਹੜੇ ਸੱਚੇ ਮਿੱਤਰ ਜਿਹੜੇ ਹੁੰਦੇ ਹਨ, ਉਹ ਆਪਣੇ ਮਿੱਤਰਾਂ ਦੇ ਖਾਤਰ ਕੁਝ ਵੀ ਜਰਨ ਲਈ, ਕੁਝ ਵੀ ਸਹਿਣ ਕਰਨ ਲਈ ਤਿਆਰ ਹੋ ਜਾਂਦੇ ਹਨ। ਪੁੰਨਾਂ ਵਾਲਿਆਂ ਤਾਈਂ ਨਸੀਬ ਹੁੰਦੇ, ਉੱਤਮ ਸੰਗ ਸੁਹਾਵਣਾ ਮਿੱਤਰਾਂ ਦਾ। ਰਲ ਕੇ ਬੈਠਣਾ ਬੋਲਣਾ ਮਿੱਤਰਾਂ ਦਾ, ਮਿਲ ਕੇ ਹੱਸਣਾ ਖਾਵਣਾ ਮਿੱਤਰਾਂ ਦਾ। ਤਾਂ ਪੁੰਨ ਮਤਲਬ ਹੁੰਦਾ ਹੈ ਜਿਹੜੇ ਅਸੀਂ ਚੰਗੇ ਕੰਮ ਕਰਦੇ ਹਾਂ, ਅਤੇ ਜਿਹੜੇ ਲੋਕ ਚੰਗੇ ਕੰਮ ਕਰਦੇ ਹਨ, ਤਾਂ ਇਸ ਵਿੱਚ ਕਵੀ ਕਹਿੰਦਾ ਹੈ ਉਹਨਾਂ ਨੂੰ ਹੀ ਕਿਤੇ ਬਹੁਤ ਹੀ ਉਹਨਾਂ ਦਾ ਨਸੀਬ ਚੰਗਾ ਹੋਏਗਾ ਜੇ ਉਹਨਾਂ ਨੂੰ ਅਜਿਹੇ ਚੰਗੇ ਮਿੱਤਰਾਂ ਦਾ ਸਾਥ ਮਿਲੇਗਾ। ਰਲ ਕੇ ਬੈਠਣਾ ਬੋਲਣਾ ਮਿੱਤਰਾਂ ਦਾ, ਮਿਲ ਕੇ ਹੱਸਣਾ ਖਾਵਣਾ ਮਿੱਤਰਾਂ ਦਾ। ਤਾਂ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਰਲ ਕੇ ਜਿਹੜਾ ਹੈ ਆਪਣੇ ਮਿੱਤਰਾਂ ਦਾ ਸਾਥ ਮਿਲਦਾ ਹੈ, ਅਤੇ ਰਲ ਕੇ ਉਹ ਹੱਸਦੇ ਖੇਡਦੇ ਹਨ। ਸ਼ਾਦੀ ਗਮੀ ਦੇ ਵਿੱਚ ਸ਼ਰੀਕ ਹੋਣਾ, ਦੁੱਖ ਸੁੱਖ ਵੰਡਾਉਣਾ ਮਿੱਤਰਾਂ ਦਾ। ਬ੍ਰਹਮਦੇਵ ਮਿੱਤਰਾਂ ਨੂੰ ਅੰਮ੍ਰਿਤ ਜਾਪਦਾ, ਕਿਸੇ ਸਮੇਂ ਵੀ ਆਉਣਾ ਮਿੱਤਰਾਂ ਦਾ। ਤਾਂ ਇਸ ਤਰ੍ਹਾਂ ਜਿਹੜੇ ਹਨ ਸੱਚੇ ਮਿੱਤਰ ਹਨ, ਦੁੱਖ ਸੁੱਖ ਵੰਡਾਉਂਦੇ ਹਨ, ਅਤੇ ਬ੍ਰਹਮਦੇਵ ਕਹਿ ਰਿਹਾ ਹੈ ਕਿ ਕਿਸ ਤਰ੍ਹਾਂ ਮਿੱਤਰਾਂ ਦਾ ਕਿਸੇ ਸਮੇਂ ਵੀ ਆਉਣਾ ਸਾਨੂੰ ਬਹੁਤ ਵਧੀਆ ਜਾਪਦਾ ਹੈ, ਅੰਮ੍ਰਿਤ ਸਮਾਨ ਜਾਪਦਾ ਹੈ, ਜਿਵੇਂ ਘਰ ਵਿੱਚ ਇੱਕ ਖੁਸ਼ੀ ਹੀ ਆ ਗਈ ਹੋਵੇ, ਇਸ ਤਰ੍ਹਾਂ ਜਾਪਦਾ ਹੈ। ਜਿਹੜੇ ਬੰਦੇ ਨੂੰ ਤੁਸੀਂ ਦਿਲਦਾਰ ਸਮਝੋ, ਉਸਦੇ ਵਿੱਚ ਆਦਰਸ਼ ਤਿਆਗ ਹੋਵੇ, ਸਹਿਣਸ਼ੀਲਤਾ 'ਤੇ ਵਿਸ਼ਵਾਸ ਹੋਵੇ, ਉਸਦਾ ਜੀਵਨ ਬੇਦਾਗ ਹੋਵੇ, ਸੁਰਵੀਰ ਦਾਤਾ ਗੁਣਸ਼ੀਲ ਹੋਵੇ, ਉਸਦਾ ਸੱਚਾ ਅਤੇ ਗੂੜਾ ਅਨੁਰਾਗ ਹੋਵੇ, ਬ੍ਰਹਮਦੇਵ ਦਿਲ ਸਾਫ਼ ਪਰਸੋਜ਼ ਹੋਵੇ, ਉੱਤਮ ਬਸ ਪਵਿੱਤਰ ਪ੍ਰਯਾਗ ਹੋਵੇ। ਤਾਂ ਇਸ ਤਰ੍ਹਾਂ ਇਸ ਪੈਰੇ ਵਿੱਚ ਕਵੀ ਨੇ ਜਿਹੜਾ ਹੈ ਚੰਗੇ ਸੱਚੇ ਮਿੱਤਰ ਦੇ ਗੁਣਾਂ ਦਾ ਬਿਆਨ ਕੀਤਾ ਹੈ ਕਿ ਉਸਨੂੰ ਦਿਲਦਾਰ ਹੋਣਾ ਚਾਹੀਦਾ ਹੈ, ਉਸ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ, ਉਸ ਵਿੱਚ ਸਹਿਣਸ਼ੀਲਤਾ ਵੀ ਹੋਣੀ ਚਾਹੀਦੀ ਹੈ। ਸਹਿਣਸ਼ੀਲਤਾ, ਕਈ ਵਾਰ ਅਸੀਂ ਆਪਣੇ ਮਿੱਤਰਾਂ ਨਾਲ ਜਿਹੜਾ ਹੈ ਕਿਸੇ ਵੀ ਗੱਲ ਤੋਂ ਅਸੀਂ ਰੁੱਸ ਜਾਂਦੇ ਹਾਂ, ਤਾਂ ਸਾਡੇ ਵਿੱਚ ਇੰਨੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜੇ ਮਾੜੀ ਮੋਟੀ ਗੱਲ ਨੂੰ ਜਰ ਸਕੀਏ, ਅਤੇ ਦੂਸਰੇ ਦੇ ਜੇਕਰ ਅਗੁਣ ਹਨ ਤਾਂ ਉਹਨਾਂ ਨੂੰ ਜਿਹੜਾ ਹੈ ਬਿਲਕੁਲ ਪਾਸੇ ਰੱਖਦੇ ਹੋਏ ਅਸੀਂ ਆਪਣੇ ਮਿੱਤਰਾਂ ਦੇ ਗੁਣਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਜਾਣੀਏ ਅਤੇ ਉਹਨਾਂ ਦੀ ਤਾਰੀਫ ਕਰੀਏ। ਤਾਂ ਇਸ ਤਰ੍ਹਾਂ ਸਾਨੂੰ ਜਿਹੜਾ ਹੈ ਕਵੀ ਦੱਸ ਰਿਹਾ ਹੈ ਕਿ ਜਿਹੜਾ ਸੱਚਾ ਮਿੱਤਰ ਉਸ ਵਿੱਚ ਇੱਕ ਦਿਲਦਾਰ, ਸਹਿਣਸ਼ੀਲਤਾ ਅਤੇ ਸੱਚੇ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ। ਉਸ ਵਿੱਚ ਜਿਹੜਾ ਅਨੁਰਾਗ ਦਾ ਮਤਲਬ ਹੁੰਦਾ ਹੈ ਪਿਆਰ, ਤਾਂ ਅਨੁਰਾਗ ਦੀ ਭਾਵਨਾ ਹੋਣਾ ਚਾਹੀਦੀ ਹੈ, ਸੱਚਾ ਅਤੇ ਗੂੜਾ ਪਿਆਰ ਹੋਣਾ ਚਾਹੀਦਾ ਹੈ, ਅਤੇ ਇਸ ਤਰ੍ਹਾਂ ਉਸਦਾ ਜਿਹੜਾ ਪਿਆਰ ਹੈ ਆਪਣੇ ਮਿੱਤਰ ਪ੍ਰਤੀ ਪਵਿੱਤਰ ਹੋਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਉਸਨੇ ਇੱਕ ਸੱਚੇ ਮਿੱਤਰ ਦੀਆਂ ਜਿਹੜੇ ਵਿਸ਼ੇਸ਼ਤਾਵਾਂ ਦੱਸੀਆਂ ਹਨ। ਅਗਲੇ ਪੈਰੇ ਵਿੱਚ ਦੱਸ ਰਿਹਾ ਹੈ, ਬੁਰੇ ਪਾਸਿਓਂ ਮੋੜ ਕੇ ਲਿਆਉਣ ਮਿੱਤਰਾਂ ਨੂੰ, ਚੰਗੇ ਰਾਹ ਉੱਪਰ ਚਲਾਉਣ ਮਿੱਤਰ। ਲੈਣ ਦੇਣ ਵਿੱਚ ਨਾ ਫਰਕ ਰੱਖਣ, ਸਭ ਕੁਝ ਮਿੱਤਰਾਂ ਲਈ ਲੁਟਾਉਣ ਮਿੱਤਰ। ਔਗੁਣ ਮਿੱਤਰਾਂ ਦੇ ਮਿੱਤਰ ਛੁਪਾ ਜਾਂਦੇ, ਤੇ ਗੁਣਾਂ ਨੂੰ ਖੂਬ ਚਮਕਾਉਣ ਮਿੱਤਰ। ਵਿਪਤਾ ਸਮੇਂ ਪ੍ਰਦੇਸ਼ ਪ੍ਰਵਾਸ ਵੇਲੇ ਹਰ ਥਾਂ ਮਿੱਤਰ ਸਾਥ ਨਿਭਾਉਣ ਮਿੱਤਰ। ਬ੍ਰਹਮਦੇਵ ਜਹਾਨ ਦੀ ਖੇਡ ਵਿੱਚੋਂ ਸਦਾ ਮਿੱਤਰਾਂ ਤਾਈਂ
ਜਿਤਾਉਣ ਮਿੱਤਰ। ਤਾਂ ਇਸ ਤਰ੍ਹਾਂ ਅੱਗੇ ਉਹ ਸੱਚੇ ਮਿੱਤਰ ਦੇ ਗੁਣਾਂ ਦਾ ਬਿਆਨ ਕਰਦੇ ਹੋਏ ਕਹਿ ਰਿਹਾ ਹੈ ਕਿ ਜਿਹੜੇ ਸੱਚੇ ਮਿੱਤਰ ਚੰਗੇ ਮਿੱਤਰ ਹੁੰਦੇ ਹਨ, ਉਹ ਹਮੇਸ਼ਾ ਆਪਣੇ ਮਿੱਤਰਾਂ ਨੂੰ ਜਿਹੜੇ ਬੁਰੇ ਪਾਸੇ ਵੱਲ ਜਾਣ ਨੂੰ ਰੋਕਦੇ ਹਨ ਅਤੇ ਉਹਨਾਂ ਨੂੰ ਹਮੇਸ਼ਾ ਚੰਗੇ ਰਾਹ ਉੱਪਰ, ਚੰਗੇ ਰਸਤੇ 'ਤੇ ਚਲਾਉਂਦੇ ਹਨ। ਅਤੇ ਜੇਕਰ ਉਹਨਾਂ ਨੂੰ ਲੈਣ ਦੇਣ ਦੀ ਕੋਈ ਗੱਲ ਹੋਵੇ ਤਾਂ ਜਿਹੜੇ ਸੱਚੇ ਮਿੱਤਰ ਉਹ ਹਮੇਸ਼ਾ ਲੈਣ ਦੇਣ ਦੇ ਨਾਂ 'ਤੇ ਹਮੇਸ਼ਾ ਆਪਣਾ ਸਭ ਕੁਝ ਲੁਟਾਉਣ ਲਈ ਤਿਆਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਮਿੱਤਰਾਂ ਦੇ ਜਿਹੜੇ ਅਗੁਣ ਹਨ ਉਹਨਾਂ ਨੂੰ ਛੁਪਾ ਜਾਂਦੇ ਹਨ ਅਤੇ ਗੁਣਾਂ ਨੂੰ ਵੀ ਚਮਕਾਉਂਦੇ ਹਨ। ਜਦੋਂ ਵੀ ਉਸਦੇ ਮਿੱਤਰਾਂ 'ਤੇ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਹਮੇਸ਼ਾ ਆਪਣੇ ਮਿੱਤਰਾਂ ਦਾ ਸਾਥ ਨਿਭਾਉਂਦੇ ਹਨ। ਤਾਂ ਇਸ ਤਰ੍ਹਾਂ ਇਸ ਦੁਨੀਆ ਦੀ ਖੇਡ ਜੋ ਇੱਕ ਖੇਡ ਵਾਂਗੂ ਹੈ, ਇਸ ਵਿੱਚ ਜਿਹੜਾ ਹੈ ਹਮੇਸ਼ਾ ਜਿਹੜੇ ਮਿੱਤਰ ਹਨ ਉਹ ਹਰ ਥਾਂ 'ਤੇ ਆਪਣੇ ਮਿੱਤਰਾਂ ਦਾ ਸਾਥ, ਚੰਗੇ ਮਿੱਤਰ ਜਿਹੜੇ ਹਨ ਉਹ ਹਰ ਥਾਂ ਆਪਣੇ ਮਿੱਤਰਾਂ ਦਾ ਸਾਥ ਨਿਭਾਉਂਦੇ ਹਨ ਅਤੇ ਇਸ ਤਰ੍ਹਾਂ ਜ਼ਿੰਦਗੀ ਦੀ ਮੁਸ਼ਕਿਲਾਂ 'ਚ ਉਹਨਾਂ ਨੂੰ ਪਾਰ ਲੰਘਾਉਂਦੇ ਹਨ ਅਤੇ ਜ਼ਿੰਦਗੀ ਦੀਆਂ ਖੇਡਾਂ ਵਿੱਚੋਂ ਉਹਨਾਂ ਨੂੰ ਆਪਣੇ ਮਿੱਤਰਾਂ ਨੂੰ ਜਿਤਾਉਂਦੇ ਹਨ। ਤਾਂ ਇਸ ਤਰ੍ਹਾਂ ਇਸ ਕਵਿਤਾ ਵਿੱਚ ਇੱਕ ਚੰਗੇ ਮਿੱਤਰ ਦੇ ਗੁਣਾਂ ਦਾ ਬਿਆਨ ਕੀਤਾ ਗਿਆ ਹੈ। ਬੱਚਿਓ, ਇਸ ਪਾਠ ਨਾਲ ਸੰਬੰਧੀ ਤੁਸੀਂ ਅਭਿਆਸ ਆਪਣੀ ਪੁਸਤਕਾਂ 'ਤੇ ਕਰਨਾ ਹੈ ਅਤੇ ਤੁਸੀਂ ਵੀ ਆਪਣੇ ਉੱਤਰ ਪੁਸਤਿਕਾ 'ਤੇ ਆਪਣੇ ਚੰਗੇ ਮਿੱਤਰ, ਸੱਚੇ ਮਿੱਤਰ ਬਾਰੇ ਕੁਝ ਵਾਕਾਂ ਵਿੱਚ ਵਰਣਨ ਕਰਨਾ ਹੈ। ਧੰਨਵਾਦ।